ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਇੱਕ ਨਵਾਂ ਟੌਪਿਕ ਸ਼ੁਰੂ ਕਰਾਂਗੇ ਜਿਸ ਦਾ ਨਾਮ ਹੈ ਲੇਖ ਅਤੇ ਪੈਰਾ ਰਚਨਾ। ਮਤਲਬ ਅਸੀਂ ਜਦੋਂ ਐਸੇ ਲਿਖਦੇ ਹਾਂ ਤਾਂ ਸਾਨੂੰ ਉਹਨਾਂ ਐਸੇ ਲਿਖਣ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਸੀਂ ਇਸ ਬਾਰੇ ਗੱਲ ਕਰਾਂਗੇ। ਵੈਸੇ ਦੇਖੋ, ਲੇਖ ਲਿਖਣਾ ਇੱਕ ਕਲਾ ਹੈ, ਕਿਉਂਕਿ ਜਿਵੇਂ ਵਿਅਕਤੀ ਦੀ ਸ਼ਬਦਾਵਲੀ ਹੁੰਦੀ ਹੈ ਉਹ ਉਹੀ ਕੁਛ ਲਿਖਦਾ ਹੈ। ਜੋ ਉਸਦਾ ਸ਼ਬਦ ਭੰਡਾਰ ਹੁੰਦਾ ਹੈ ਤਾਂ ਉਹੀ ਉਹ ਉਹਨਾਂ ਲੇਖਾਂ ਦੇ ਵਿੱਚ ਜਾਂ ਕਿਸੇ ਵੀ ਲੇਖਣੀ ਦੇ ਵਿੱਚ ਜ਼ਾਹਿਰ ਕਰਦਾ ਹੈ। ਤਾਂ ਇਸ ਤਰ੍ਹਾਂ ਲੇਖ ਲਿਖਣਾ ਇੱਕ ਪ੍ਰਕਾਰ ਦੀ ਕਲਾ ਹੈ। ਇਹ ਕਲਾ ਲਗਾਤਾਰ ਅਭਿਆਸ ਕਰਨ ਨਾਲ ਹੀ ਆਉਂਦੀ ਹੈ, ਕਿਉਂਕਿ ਅਸੀਂ ਜਿੰਨਾ ਲਿਖਦੇ ਹਾਂ, ਜਿੰਨੇ ਆਪਣੇ ਵਿਚਾਰਾਂ ਨੂੰ ਸਾਂਝੇ ਕਰਦੇ ਹਾਂ ਇੱਕ ਦੂਜੇ ਦੇ ਨਾਲ, ਅਸੀਂ ਹੋਰ ਕਿਤਾਬਾਂ ਪੜ੍ਹਦੇ ਹਾਂ ਤਾਂ ਸਾਡੇ ਜਿਹੜੇ ਵਿਚਾਰ ਨੇ, ਸਾਡਾ ਜਿਹੜਾ ਅਭਿਆਸ ਹੈ ਉਹ ਵੱਧਦਾ ਜਾਂਦਾ ਹੈ। ਤਾਂ ਇਸ ਤਰ੍ਹਾਂ ਸਾਡੀ ਜਿਹੜੀ ਸ਼ਬਦਾਵਲੀ ਹੈ ਉਸ ਦੇ ਵਿੱਚ ਵੀ ਵਾਧਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਇਸ ਲਈ ਲੇਖ ਲਿਖਣ ਤੋਂ ਪਹਿਲਾਂ ਉਸ ਬਾਰੇ ਇਹ ਸਮਝ ਲੈਣਾ ਜ਼ਰੂਰੀ ਹੁੰਦਾ ਹੈ ਕਿ ਲੇਖ ਕਿਸ ਬਾਰੇ ਲਿਖਣਾ ਹੈ ਅਤੇ ਉਹ ਕਿਸ ਤਰ੍ਹਾਂ ਲਿਖਣਾ ਚਾਹੀਦਾ ਹੈ। ਲੇਖ ਨੂੰ ਨਿਬੰਧ ਵੀ ਆਖਦੇ ਹਨ, ਜਿਸ ਦਾ ਅਰਥ ਹੈ ਚੰਗੀ ਤਰ੍ਹਾਂ ਬੰਨ੍ਹਣਾ। ਮਤਲਬ ਆਪਣੇ ਸ਼ਬਦਾਂ ਨੂੰ, ਆਪਣੇ ਵਿਚਾਰਾਂ ਨੂੰ ਛੋਟੇ-ਛੋਟੇ ਵਾਕਾਂ ਦੇ ਵਿੱਚ ਬੰਨ੍ਹ ਕੇ ਪ੍ਰਗਟ ਕਰਨ ਦਾ ਨਾਮ ਹੀ ਨਿਬੰਧ ਹੈ। ਲੇਖ ਰਚਨਾ ਕਰਨ ਲਈ ਕੁਝ ਜ਼ਰੂਰੀ ਗੱਲਾਂ ਜਿਨ੍ਹਾਂ ਦਾ ਧਿਆਨ ਸਾਨੂੰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਅਸੀਂ ਇੱਕ ਵਧੀਆ ਲੇਖ ਪੇਸ਼ ਕਰ ਸਕੀਏ। ਉਹ ਕਿਹੜੀਆਂ ਗੱਲਾਂ ਹਨ, ਤੁਸੀਂ ਉਹਨਾਂ ਵੱਲ ਧਿਆਨ ਦਿਓ। ਨੰਬਰ 1, ਲੇਖ ਵਿੱਚ ਵਿਚਾਰਾਂ ਦੀ ਲੜੀਬੱਧਤਾ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਤਰਤੀਬ ਦੇ ਕੇ ਲਿਖਣਾ ਇੱਕ ਚੰਗੇ ਲੇਖ ਦੀ ਨਿਸ਼ਾਨੀ ਹੁੰਦੀ ਹੈ। ਮਤਲਬ ਆਪਾਂ ਨੂੰ ਜੋ ਵੀ ਗੱਲ ਪੁੱਛੀ ਗਈ ਹੁੰਦੀ ਹੈ ਉਸ ਨੂੰ ਤਰਤੀਬ ਦੇ ਨਾਲ ਲਿਖਣਾ ਹੁੰਦਾ ਹੈ ਕਿ ਪਹਿਲਾਂ ਕਿਹੜੀ ਗੱਲ ਜ਼ਰੂਰੀ ਹੈ ਅਸੀਂ ਉਹ ਕਹਿਣੀ ਹੁੰਦੀ ਹੈ। ਲੇਖ ਦਾ ਜਿੱਥੋਂ ਨਵਾਂ ਵਿਚਾਰ ਸ਼ੁਰੂ ਹੋਵੇ ਉੱਥੋਂ ਨਵਾਂ ਪੈਰਾ ਸ਼ੁਰੂ ਕਰੋ। ਮਤਲਬ ਜਦੋਂ ਅਸੀਂ ਨਵੀਂ ਗੱਲ ਕਹਿਣੀ ਹੋਵੇ ਤਾਂ ਉਹਦੇ ਵਿੱਚ ਸਾਨੂੰ ਇੱਕ ਨਵਾਂ ਪੈਰਾ ਸ਼ੁਰੂ ਕਰਨਾ ਚਾਹੀਦਾ ਹੈ। ਨੰਬਰ 3 'ਤੇ ਦੇਖੋ, ਲੇਖ ਵਿੱਚ ਲੋੜ ਅਨੁਸਾਰ ਨਵੇਂ ਸ਼ਬਦ ਅਤੇ ਮੁਹਾਵਰਿਆਂ ਦੀ ਵਰਤੋਂ ਕਰੋ। ਮਤਲਬ ਸਾਨੂੰ ਲੋੜ ਪੈਣ 'ਤੇ ਨਵੇਂ ਜੋ ਸ਼ਬਦ ਨੇ, ਸਾਡੀ ਸ਼ਬਦਾਵਲੀ ਹੈ, ਸਾਡਾ ਸ਼ਬਦ ਭੰਡਾਰ ਜੋ ਹੈ ਉਹਦੇ ਵਿੱਚੋਂ ਅਸੀਂ ਨਵੇਂ ਸ਼ਬਦ ਕੱਢ ਕੇ ਸਾਨੂੰ ਲੇਖ ਦੇ ਵਿੱਚ ਵਰਤਣੇ ਚਾਹੀਦੇ ਹਨ। ਅਤੇ ਜਿੱਥੇ ਲੋੜ ਪਵੇ ਉੱਥੇ ਮੁਹਾਵਰੇ, ਅਖਾਣ, ਅਖੌਤਾਂ, ਕੁਝ ਵੀ ਜੋ ਤੁਹਾਨੂੰ ਚੰਗਾ ਲੱਗਦਾ ਹੋਵੇ, ਜੋ ਤੁਹਾਨੂੰ ਉਹ ਪੈਰੇ ਦੇ ਨਾਲ ਜਾਂ ਉਸ ਗੱਲ ਦੇ ਨਾਲ ਢੁੱਕਦਾ ਹੋਵੇ, ਉਹ ਜ਼ਰੂਰ ਲਿਖਣਾ ਚਾਹੀਦਾ ਹੈ। ਲੇਖ ਦੇ ਵਾਕ ਛੋਟੇ-ਛੋਟੇ ਅਤੇ ਭਾਵਪੂਰਨ ਹੋਣੇ ਚਾਹੀਦੇ ਹਨ। ਲੇਖ ਦੀ ਬੋਲੀ ਸਰਲ, ਸੌਖੀ ਅਤੇ ਮੁਹਾਵਰੇਦਾਰ ਹੋਣੀ ਚਾਹੀਦੀ ਹੈ। ਮਤਲਬ ਲੇਖ ਤੁਹਾਡਾ ਅਜਿਹਾ ਹੋਵੇ ਜੋ ਸਭ ਦੀ ਸਮਝ ਦੇ ਵਿੱਚ ਆਉਣ ਵਾਲਾ ਹੋਵੇ। ਨੰਬਰ 6 'ਤੇ ਦੇਖੋ, ਲੇਖ ਲਿਖਦੇ ਸਮੇਂ ਸ਼ਬਦ ਜੋੜਾਂ ਦਾ ਖਾਸ ਧਿਆਨ ਰੱਖਿਆ ਜਾਵੇ। ਮਤਲਬ ਸਾਡੀ ਜਿਹੜੀ ਗਲਤੀਆਂ ਨੇ, ਵਿਆਕਰਨਿਕ ਗਲਤੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਸ਼ਬਦ ਜੋੜਾਂ ਦੇ ਨਿਯਮਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਇਸੇ ਕਰਕੇ ਮੈਂ ਤੁਹਾਨੂੰ ਵਿਸ਼ਰਾਮ ਚਿੰਨ੍ਹ ਕਰਵਾਏ ਸੀ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੋ ਜਿਹਾ ਸੈਂਟੈਂਸ ਹੈ ਤਾਂ ਤੁਸੀਂ ਉਸਨੂੰ ਕਿਸ ਤਰ੍ਹਾਂ ਲਿਖਣਾ ਹੈ। ਠੀਕ ਹੈ। ਉਸ ਤੋਂ ਬਾਅਦ 7ਵੇਂ ਨੰਬਰ 'ਤੇ ਦੇਖੋ, ਲੇਖ ਲਿਖਦੇ ਸਮੇਂ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਦਾ ਧਿਆਨ ਰੱਖਿਆ ਜਾਵੇ, ਜਿਵੇਂ ਕਿ ਮੈਂ ਹੁਣੇ ਗੱਲ ਕੀਤੀ। 8 ਨੰਬਰ 'ਤੇ ਦੇਖੋ, ਲੇਖ ਖਤਮ ਕਰਨ ਤੋਂ ਮਗਰੋਂ ਉਸਨੂੰ ਇੱਕ ਵਾਰ ਮੁੜ ਪੜ੍ਹੋ ਅਤੇ ਆਪਣੀਆਂ ਗਲਤੀਆਂ ਠੀਕ ਕਰੋ। ਮਤਲਬ ਜਦੋਂ ਅਸੀਂ ਲਿਖਦੇ ਹੁੰਦੇ ਹਾਂ ਤਾਂ ਜਲਦੀ ਦੇ ਵਿੱਚ ਕਈ ਵਾਰੀ ਸਾਡੇ ਤੋਂ ਸਪੈਲਿੰਗ ਮਿਸਟੇਕਸ ਹੋ ਜਾਂਦੀਆਂ ਨੇ ਅਤੇ ਜਿਨ੍ਹਾਂ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਿਆ ਜਾਂਦਾ। ਪੰਜਾਬੀ ਦੇ ਵਿੱਚ ਗਲਤੀਆਂ ਕਰਨਾ ਬਹੁਤ ਬੁਰੀ ਗੱਲ ਹੈ। ਲੈਂਗੁਏਜ ਭਾਵੇਂ ਕੋਈ ਵੀ ਹੋਵੇ, ਕੋਈ ਵੀ ਭਾਸ਼ਾ ਹੋਵੇ, ਉਸ ਦੇ ਵਿੱਚ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਗਲਤੀਆਂ ਵਾਲੀ ਭਾਸ਼ਾ ਬਹੁਤ ਬੁਰੀ ਲੱਗਦੀ ਹੈ। ਇਹਨਾਂ ਤੋਂ ਇਲਾਵਾ ਇਹ ਤਾਂ ਸਨ ਕੁਝ ਜ਼ਰੂਰੀ ਗੱਲਾਂ, ਪਰ ਜੋ ਲੇਖ ਹੈ ਉਸ ਦੀਆਂ ਵੀ ਅਲੱਗ-ਅਲੱਗ ਕਿਸਮਾਂ ਹੁੰਦੀਆਂ ਹਨ। ਉਹਨਾਂ ਕਿਸਮਾਂ ਦੇ ਹਿਸਾਬ ਦੇ ਨਾਲ ਹੀ ਅਸੀਂ ਆਪਣੀ ਸ਼ਬਦਾਵਲੀ ਵਰਤਣੀ ਹੁੰਦੀ ਹੈ। ਲੇਖ ਮੁੱਖ ਤੌਰ ਦੇ ਉੱਤੇ 4 ਕਿਸਮਾਂ ਦੇ ਹੁੰਦੇ ਹਨ। ਨੰਬਰ 1 ਬਿਰਤਾਂਤਕ ਲੇਖ, ਨੰਬਰ 2 ਵਿਚਾਰਾਤਮਕ ਲੇਖ, ਨੰਬਰ 3 ਵਰਣਨਾਤਮਕ ਲੇਖ ਅਤੇ ਨੰਬਰ 4 ਭਾਵਾਤਮਕ ਲੇਖ। ਨੰਬਰ 1 ਅਸੀਂ ਪਹਿਲਾਂ ਦੇਖਾਂਗੇ ਬਿਰਤਾਂਤਕ ਲੇਖ। ਬਿਰਤਾਂਤਕ ਲੇਖਾਂ ਵਿੱਚ ਜੀਵਨੀਆਂ, ਮਤਲਬ ਕਿਸੇ ਦੀ ਜੀਵਨੀ, ਕਿਸੇ ਦੀ ਯਾਤਰਾ ਜੋ ਬੰਦੇ ਨੇ ਕੀਤੀ ਹੁੰਦੀ ਹੈ। ਉਸ ਤੋਂ ਬਾਅਦ ਇਤਿਹਾਸ ਦੇ ਨਾਲ ਸੰਬੰਧਿਤ ਜੋ ਵਿਸ਼ੇ ਹੁੰਦੇ ਹਨ ਉਹ ਵੀ ਬਿਰਤਾਂਤਕ ਲੇਖ 'ਚ ਆਉਂਦੇ ਹਨ। ਅਤੇ ਸਕੂਲ ਪੱਧਰ ਉੱਤੇ ਕੀਤੀਆਂ ਜਾਂਦੀਆਂ ਯਾਤਰਾਵਾਂ ਆਦਿ ਦੇ ਜੋ ਵਿਸ਼ੇ ਹੁੰਦੇ ਹਨ ਉਹ ਵੀ ਬਿਰਤਾਂਤਕ ਲੇਖ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਹੈ ਆਪਣਾ ਵਿਚਾਰਾਤਮਕ ਲੇਖ। ਵਿਚਾਰਾਤਮਕ ਲੇਖ ਅਜਿਹੇ ਹੁੰਦੇ ਹਨ ਜਿਵੇਂ ਕਿ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਸੰਬੰਧਿਤ ਜੋ ਲੇਖ ਹੁੰਦੇ ਹਨ ਉਹਨਾਂ ਨੂੰ ਅਸੀਂ ਵਿਚਾਰਾਤਮਕ ਲੇਖਾਂ ਦੇ ਵਿੱਚ ਰੱਖਦੇ ਹਾਂ। ਕਿਸੇ ਅਖਾਣ ਜਾਂ ਸੂਖਮ ਵਿਸ਼ੇ ਦੇ ਉੱਤੇ ਆਧਾਰਿਤ ਜੋ ਲੇਖ ਹੁੰਦੇ ਹਨ ਉਹ ਵੀ ਵਿਚਾਰਾਤਮਕ ਲੇਖ ਦੇ ਵਿੱਚ
ਆਉਂਦੇ ਹਨ। ਮਤਲਬ ਇਹ ਅਜਿਹੀ ਕਿਸਮ ਹੁੰਦੀ ਹੈ ਜਿਵੇਂ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਆਪਾਂ ਗੱਲ ਕਰੀਏ, ਮਨ ਜੀਤੈ ਜਗਜੀਤ, ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ, ਜਾਂ ਕਿਸੇ ਅਖਾਣ ਦੇ ਨਾਲ, ਵਾਦੜੀਆਂ ਸਜਾਦੜੀਆਂ ਨਿਬੜ ਸਿਰਾਂ ਦੇ ਨਾਲ। ਤਾਂ ਇਸ ਤਰ੍ਹਾਂ ਦੇ ਜੋ ਵਿਸ਼ੇ ਹੁੰਦੇ ਹਨ ਉਹਨਾਂ ਨੂੰ ਅਸੀਂ ਵਿਚਾਰਾਤਮਕ ਲੇਖ ਦੇ ਵਿੱਚ ਰੱਖਦੇ ਹਾਂ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਵਰਣਾਤਮਕ ਲੇਖ ਦੀ, ਤੀਸਰੀ ਜੋ ਕਿਸਮ ਹੈ ਇਸ ਦੀ ਵਰਣਾਤਮਕ ਲੇਖ। ਅਜਿਹੀ ਕਿਸਮ ਦੇ ਲੇਖਾਂ ਵਿੱਚ ਕਿਸੇ ਅੱਖੀਂ ਡਿੱਠੀ ਚੀਜ਼ ਦੇ ਵਰਣਨ ਦਾ ਸੰਬੰਧ ਹੁੰਦਾ ਹੈ। ਮਤਲਬ ਜੋ ਅਸੀਂ ਅੱਖੀਂ ਡਿੱਠਾ ਮਤਲਬ ਜੋ ਅਸੀਂ ਖੁਦ ਆਪਣੀਆਂ ਅੱਖਾਂ ਨਾਲ ਕੋਈ ਚੀਜ਼ ਦੇਖੀ ਹੋਵੇ ਅਤੇ ਅਸੀਂ ਉਸ ਦਾ ਵਰਣਨ ਉਸ ਲੇਖ ਦੇ ਵਿੱਚ ਕਰੀਏ। ਜਿਵੇਂ ਕਿ ਅਸੀਂ ਕੋਈ ਮੇਲਾ ਦੇਖਣ ਗਏ ਤਾਂ ਅਸੀਂ ਅੱਖੀਂ ਡਿੱਠਾ ਮੇਲਾ ਲਿਖ ਸਕਦੇ ਹਾਂ। ਠੀਕ ਹੈ। ਤਾਂ ਉਸ ਤੋਂ ਬਾਅਦ ਚੌਥੇ ਨੰਬਰ 'ਤੇ ਆਉਂਦਾ ਹੈ ਸਾਡਾ ਭਾਵਾਤਮਕ ਲੇਖ। ਭਾਵਾਤਮਕ ਲੇਖ ਅਜਿਹੇ ਲੇਖ ਹੁੰਦੇ ਹਨ ਜੋ ਕਿਸੇ ਦੇ ਜਜ਼ਬੇ, ਭਾਵਨਾ ਆਦਿ ਦੇ ਉੱਤੇ ਆਧਾਰਿਤ ਹੁੰਦੇ ਹਨ, ਜਿਨ੍ਹਾਂ ਦੇ ਵਿੱਚ ਜਿਵੇਂ ਦੇਸ਼ ਭਗਤੀ ਦਾ ਜੋ ਲੇਖ ਹੁੰਦੇ ਹਨ ਉਹ ਅਸੀਂ ਭਾਵਾਤਮਕ ਲੇਖਾਂ ਦੇ ਵਿੱਚ ਕੈਟਾਗਰੀ ਵਿੱਚ ਰੱਖ ਸਕਦੇ ਹਾਂ। ਤਾਂ ਇਸ ਤਰ੍ਹਾਂ ਇਹ ਜੋ ਚਾਰ ਕਿਸਮ ਦੇ ਜੋ ਲੇਖ ਹੁੰਦੇ ਹਨ, ਇਹਨਾਂ ਲੇਖਾਂ ਨੂੰ ਅਸੀਂ ਇਹਨਾਂ ਦੀ ਕੈਟਾਗਰੀ ਦੇ ਹਿਸਾਬ ਦੇ ਨਾਲ ਹੀ ਲਿਖਣਾ ਹੁੰਦਾ ਹੈ। ਮਤਲਬ ਸਾਨੂੰ ਇਹਨਾਂ ਕੈਟਾਗਰੀਜ਼ ਤੋਂ ਬਾਹਰ ਜਾ ਕੇ ਆਪਣੀ ਸ਼ਬਦਾਵਲੀ ਨੂੰ ਨਹੀਂ ਵਰਤਣਾ ਚਾਹੀਦਾ। ਜਿਹੋ ਜਿਹਾ ਲੇਖ ਪੁੱਛਿਆ ਹੋਵੇ ਸਾਨੂੰ ਆਪਣੀ ਸ਼ਬਦਾਵਲੀ ਵੀ ਉਹੋ ਜਿਹੀ ਹੀ ਰੱਖਣੀ ਚਾਹੀਦੀ ਹੈ। ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣੇ ਲੇਖ ਦੀ ਸ਼ੁਰੂਆਤ ਕਰਨੀ ਹੈ। ਅਸੀਂ ਲੇਖ ਕੱਲ੍ਹ ਨੂੰ ਕਰਾਂਗੇ। ਧੰਨਵਾਦ।